गुड मॉर्निंग पंजाबियों, तुसीं देख रहे हो ABP ਸਾਂਝਾ ਤੇ ਲੈ ਕੇ ਹਾਜ਼ਰ ਹਾਂ ਪੰਜਾਬ ਤੇ ਦੇਸ਼ ਵਿਦੇਸ਼ ਦੀਆਂ ਖਬਰਾਂ। ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਾਂਝੇ ਤੌਰ ਤੇ ਮਨਾਉਣ ਦੇ ਲਈ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਵਿਚਾਲੇ ਮੀਟਿੰਗ ਹੋਈ, ਪਰ ਇਸ ਬੈਠਕ ਦੇ ਵਿੱਚ ਕੋਈ ਵੀ ਸਿੱਟਾ ਬਾਹਰ ਨਹੀਂ ਨਿਕਲਿਆ। ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮ ਸਾਂਝੇ ਤੌਰ ਤੇ ਮਨਾਉਣ ਨੂੰ ਲੈ ਕੇ ਸਸਪੈਂਸ ਹਾਲੇ ਵੀ ਬਣਿਆ ਹੋਇਆ। ਇਸ ਸੰਬੰਧੀ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਵਿਚਾਲੇ ਮੀਟਿੰਗ ਵੀ ਹੋਈ, ਪਰ ਇਸ ਬੈਠਕ ਵਿੱਚ ਕੋਈ ਵੀ ਸਿੱਟਾ ਨਹੀਂ ਨਿਕਲਿਆ। ਇੱਕ ਵਾਰ ਮੁੜ ਤੋਂ ਮੀਟਿੰਗ 'ਚ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਹੁਕਮ ਤੇ ਅਮਲ ਕਰਨ ਉੱਤੇ ਜ਼ੋਰ ਦਿੱਤਾ ਗਿਆ। श्री गुरु नानक देव साहिब जी के 550 साला प्रकाश पुरब ਨੂੰ ਮੁੱਖ ਰੱਖਦੇ ਹੋਏ ਕਿ ਅਸੀਂ ਸਾਰੇ ਇਕੱਠੇ ਹੋ ਕੇ ਮਨਾਈਏ। ਉਹਦੇ ਸੰਬੰਧ 'ਚ ਤਕਰੀਬਨ ਘੰਟਾ ਸਾਡੀ ਮੀਟਿੰਗ ਚੱਲੀ ਔਰ ਸਾਰੇ ਮੈਂਬਰਾਂ ਦਾ ਇੱਕੋ ਹੀ ਵਿਚਾਰ ਸੀ ਕਿ ਸਾਰੇ ਇਕੱਠੇ ਹੋ ਕੇ ਮਨਾਈਏ। ਬੜੀ ਵਿਸਥਾਰ ਦੇ ਨਾਲ ਸਾਰੀਆਂ ਗੱਲਾਂ ਹੋਈਆਂ। ਸੋ ਮੈਨੂੰ ਪੂਰਨ ਆਸ ਹੈ ਗੁਰੂ ਨਾਨਕ ਸਾਹਿਬ ਕਿਰਪਾ ਕਰਨਗੇ ਕਿ ਇਸ ਇੱਕੋ ਸਟੇਜ ਤੇ ਜੋ ਸਾਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਆਦੇਸ਼ ਹੈ ਉਹਨੂੰ ਮੰਨਦੇ ਹੋਏ ਅਸੀਂ ਇੱਕੋ ਸਟੇਜ ਤੇ ਭਾਰਤ ਸਰਕਾਰ, ਪੰਜਾਬ ਸਰਕਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹੋਰ ਸਾਰੀਆਂ ਸਿੱਖ ਸੰਸਥਾਵਾਂ ਅਸੀਂ ਇੱਕੋ ਸਟੇਜ ਤੇ ਮਨਾ ਰਹੇ ਹਾਂ। ਪ੍ਰਧਾਨ ਜੀ, ਰੰਧਾਵਾ ਸਾਹਿਬ ਇਸ ਕਮੇਟੀ ਦੇ ਮੈਂਬਰ ਸਨ। ਪਿਛਲੀ ਵਾਰੀ ਉਹ ਆਏ ਸੀਗੇ, ਤੁਸੀਂ ਕਿਹਾ ਸੀ ਬੜੀ ਵਧੀਆ ਮੀਟਿੰਗ ਹੋਈ ਹੈ। ਇਸ ਵਾਰ ਬਾਅਦ 'ਚ ਉਹਨਾਂ ਨੇ ਇਤਰਾਜ਼ ਜ਼ਾਹਿਰ ਕੀਤਾ ਕਿ ਕਿਤੇ ਨਾ ਕਿਤੇ ਇਸ ਮੀਟਿੰਗ ਦੇ ਵਿੱਚ ਬਾਦਲਾਂ ਨੂੰ ਪ੍ਰਮੋਟ ਕੀਤਾ ਜਾਂਦਾ ਆ, ਸਿਆਸੀਕਰਨ ਕੀਤਾ ਜਾਂਦਾ। ਅਕਾਲ ਤਖਤ ਸਾਹਿਬ ਤੇ ਨਹੀਂ ਐਸੀ ਕੋਈ ਗੱਲ ਨਹੀਂ, ਕੋਈ ਪ੍ਰਮੋਟ ਦੀ ਗੱਲ ਨਹੀਂ ਹੋਈ, ਕੋਈ ਗੱਲ ਨਹੀਂ। ਉਹ ਆਪਣੀ ਸੋਚ ਆ ਉਹਨਾਂ ਦੀ, ਉਹ ਪੋਲੀਟੀਕਲ ਸੋਚ ਹੈ। ਅਸੀਂ ਧਾਰਮਿਕ ਪੱਖੋਂ ਸੋਚਦੇ ਹਾਂ। ਇਹ ਇੱਕ ਧਾਰਮਿਕ ਮੁੱਦਾ, ਸਾਨੂੰ ਧਾਰਮਿਕ ਪੱਖੋਂ ਹੀ ਸਾਰੀ ਗੱਲ ਕਰਨੀ ਚਾਹੀਦੀ ਹੈ। ਸਾਂਝੇ ਤੌਰ ਤੇ ਤੁਸੀਂ ਲੱਗਦਾ ਤਾਂ ਮਨਾ ਲਓਗੇ ਫਿਰ ਪ੍ਰਧਾਨ ਜੀ। ਅਲੱਗ-ਅਲੱਗ ਇਨਵੀਟੇਸ਼ਨ ਕਿਉਂ ਦਿੱਤੇ ਜਾਂਦੇ? ਆਸ ਹੈ, ਹਮੇਸ਼ਾ ਮੇਰਾ ਅਖੀਰੀ ਯਤਨ ਵੀ ਰਹੇਗਾ, ਅਖੀਰ ਤੱਕ ਮੈਨੂੰ ਪੂਰਨ ਆਸ ਵੀ ਹੈ ਕਿ ਸ੍ਰੀ ਗੁਰੂ ਨਾਨਕ ਸਾਹਿਬ ਕਿਰਪਾ ਕਰਕੇ ਅਸੀਂ ਸਾਂਝੇ ਤੌਰ ਤੇ ਮਨਾਵਾਂਗੇ। ਫਿਰ ਤੁਸੀਂ ਪ੍ਰਧਾਨ ਮੰਤਰੀ ਸਾਹਿਬ ਨੂੰ ਵੱਖਰਾ ਦੇ ਕੇ ਇਨਵੀਟੇਸ਼ਨ, ਪੰਜਾਬ ਸਰਕਾਰ ਵੱਲੋਂ ਵੱਖਰਾ? ਦੇਖੋ, ਸਾਡੀ ਆਪਣੀ ਡਿਊਟੀ ਹੈ, SGPC ਦੀ ਆਪਣੀ ਡਿਊਟੀ ਹੈ, ਅਸੀਂ ਆਪਣੀ ਡਿਊਟੀ ਕਰ ਰਹੇ ਹਾਂ। ਸਰਕਾਰ ਦੀ ਆਪਣੀ ਡਿਊਟੀ, ਉਹ ਆਪਣੀ ਡਿਊਟੀ ਕਰ ਰਹੇ ਨੇ। ਫਿਰ ਪ੍ਰਧਾਨ ਜੀ, ਫਿਰ ਸਾਂਝੇ ਤੌਰ ਤੇ ਕਿਵੇਂ ਹੋ ਗਿਆ ਇਹ? ਅਸੀਂ ਸਾਂਝੇ ਸਟੇਜ ਇੱਕ ਲਾਉਣੀ ਹੈ। ਸਾਡਾ ਮਤਲਬ ਹੈ ਕਿ ਇੱਕ ਜਿਹੜੀ ਸਟੇਜ ਆ 12 ਤਰੀਕ ਦੀ ਸਟੇਜ ਆ, ਉਹ ਇਕੱਠੇ ਹੋਈਏ। ਉੱਥੇ ਹੀ ਭਾਰਤ ਸਰਕਾਰ, ਉੱਥੇ ਹੀ ਪੰਜਾਬ ਸਰਕਾਰ, ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕੋ ਸਟੇਜ ਤੇ ਆ ਕੇ ਗੁਰੂ ਨਾਨਕ ਦੇਵ ਸਾਹਿਬ ਸੰਦੇਸ਼ ਜਿਹੜਾ ਦੁਨੀਆ ਤੱਕ ਪਹੁੰਚਾਉਣ ਦਾ ਯਤਨ ਕਰੀਏ। ਸਮਾਗਮਾਂ ਨੂੰ ਸਾਂਝੇ ਤੌਰ ਤੇ ਮਨਾਉਣ ਦੇ ਲਈ ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਵਿਚਾਲੇ ਤਾਲਮੇਲ ਕਮੇਟੀ ਵੀ ਬਣੀ ਹੋਈ ਹੈ। ਇਸ ਬੈਠਕ 'ਚ ਸਰਕਾਰ ਵੱਲੋਂ ਚਰਨਜੀਤ ਸਿੰਘ ਚੰਨੀ ਤਾਂ ਸ਼ਾਮਲ ਹੋਏ, ਪਰ ਸੁਖਜਿੰਦਰ ਰੰਧਾਵਾ ਗੈਰ ਹਾਜ਼ਰ ਰਹੇ। ਲਗਭਗ ਸਾਰੀਆਂ ਗੱਲਾਂ ਤੇ ਸਹਿਮਤੀ ਹੋ ਜਾਏਗੀ। ਪ੍ਰੀਲਿਮਿਨਰੀ ਮੀਟਿੰਗ ਹੋ ਗਈ ਹੈ ਤੇ ਕਾਫੀ ਹੱਦ ਤੱਕ ਹਰ ਕਿਸੇ ਦੇ ਇਹੀ ਵਿਚਾਰ ਹੈ ਕਿ ਸਾਂਝੇ ਤੌਰ ਤੇ ਸਾਰਾ ਕੁਝ ਕੀਤਾ ਜਾਵੇ। ਤੇ ਮੁੱਖ ਮੰਤਰੀ ਜੀ ਦਾ ਮੈਸੇਜ ਮੈਂ ਇਹੀ ਲੈ ਕੇ ਆਇਆ ਕਿ ਹਰ ਤਰੀਕੇ ਦੇ ਨਾਲ ਸਦਭਾਵਨਾ ਦੇ ਨਾਲ ਸਾਰੇ ਜਣਿਆਂ ਨੂੰ ਮਨਾਇਆ ਜਾਵੇ। ਸਿੰਘ ਸਾਹਿਬ, ਰੰਧਾਵਾ ਸਾਹਿਬ ਜਿਹੜੇ ਸੀ ਉਹ ਮੀਟਿੰਗ ਦੇ ਵਿੱਚ ਸਕਿਪ ਕਰ ਗਏ, ਮੀਟਿੰਗ ਦੇ ਵਿੱਚ ਨਹੀਂ ਪਹੁੰਚੇ। ਅੱਜ ਰੰਧਾਵਾ ਸਾਹਿਬ ਗੁਜਰਾਤ ਗਏ ਹੋਏ ਹੈ, ਇਸ ਕਰਕੇ ਸਰਕਾਰ ਵੱਲੋਂ ਨੁਮਾਇੰਦੇ ਦੇ ਤੌਰ ਤੇ ਮੈਂ ਆਇਆ। ਜਦੋਂ ਜਿਹੜਾ ਮੰਤਰੀ ਅਵੇਲੇਬਲ ਹੁੰਦਾ ਉਹ ਆ ਜਾਂਦਾ, ਇਹਦੇ 'ਚ ਕੋਈ ਗੱਲ ਨਹੀਂ। ਜਿਹੜੇ ਪ੍ਰਧਾਨ ਮੰਤਰੀ ਨੂੰ ਵੱਖਰੇ ਜਿਹੜੇ ਦਿੱਤੇ ਜਾ ਰਹੇ ਸੀਗੇ, ਕੋਈ ਗੱਲ ਨਹੀਂ। ਹਰ ਕੋਈ ਆਪਣੀ ਆਪਣੀ ਡਿਊਟੀ ਨਿਭਾ ਰਿਹਾ ਤੇ ਹਰ ਕਿਸੇ ਨੂੰ ਨਿਭਾਉਣੀ ਵੀ ਚਾਹੀਦੀ ਹੈ, ਲੇਕਿਨ ਸਭ ਦੀ ਮੰਜ਼ਿਲ ਇੱਕ ਹੈ ਕਿ ਗੁਰੂ ਸਾਹਿਬ ਦਾ ਜਨਮ ਦਿਨ ਬਹੁਤ ਵਧੀਆ ਤਰੀਕੇ ਨਾਲ ਮਨਾਇਆ ਜਾਵੇ। ਸਹਿਮਤੀ ਬਣ ਜਾਏਗੀ ਦੋਵਾਂ ਤਰ੍ਹਾਂ ਦੇ? ਬਣੇਗੀ ਜੀ, ਬਣੇਗੀ। ਕੇਂਦਰ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਟ੍ਰੇਨ ਸਰਬੱਤ ਦਾ ਭਲਾ ਐਕਸਪ੍ਰੈਸ ਨੂੰ ਜਾਰੀ ਕਰ ਦਿੱਤਾ ਗਿਆ। ਦਿੱਲੀ ਤੋਂ ਇਸ ਟ੍ਰੇਨ ਨੂੰ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਹਰੀ ਝੰਡੀ ਦਿੱਤੀ। ਉਹਨਾਂ ਦੇ ਨਾਲ ਸਿਹਤ ਮੰਤਰੀ ਹਰਸ਼ਵਰਧਨ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਸ਼ਾਮਲ ਸਨ। ਸਰਬੱਤ ਦਾ ਭਲਾ ਐਕਸਪ੍ਰੈਸ ਟ੍ਰੇਨ ਦਿੱਲੀ ਤੋਂ ਲੋਹੀਆ ਵਾਇਆ ਸੁਲਤਾਨਪੁਰ ਲੋਧੀ ਤੱਕ ਚੱਲੇਗੀ। ਫਾਜ਼ਿਲਕਾ ਗੰਗਾ ਕਨਾਲ ਨਹਿਰ 'ਚ ਕਾਰ ਦੇ ਡਿੱਗਣ ਦੇ ਨਾਲ ਹੋਈਆਂ 7 ਲੋਕਾਂ ਦੀ ਮੌਤ ਦੇ ਮਾਮਲੇ 'ਚ ਇੱਕ ਨਵਾਂ ਮੋੜ ਆਇਆ। ਪੁਲਿਸ ਦੌਰਾਨ ਜਿਹੜਾ ਵਿਅਕਤੀ ਹਾਦਸੇ ਦੌਰਾਨ ਬਚ ਗਿਆ ਸੀ, ਉਸਨੇ ਹੀ ਆਪਣੇ ਪਰਿਵਾਰ ਦੇ ਜੀਆਂ ਨੂੰ ਜਾਣਬੁੱਝ ਕੇ ਮੌਤ ਦੇ ਘਾਟ ਉਤਾਰਿਆ। ਪੁਲਿਸ ਨੇ ਇਸ ਵਿਅਕਤੀ ਨੂੰ ਵੀ ਗ੍ਰਿਫਤਾਰ ਕਰ ਲਿਆ। ਦਰਅਸਲ ਪਰਿਵਾਰ ਨੂੰ ਮੁਲਜ਼ਮ ਦੀਆਂ ਹਰਕਤਾਂ ਤੇ ਕੁਝ ਸ਼ੱਕ ਹੋਇਆ, ਜਿਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਅਤੇ ਪੁਲਿਸ ਨੇ ਜਦੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਤਾਂ ਸਾਰਾ ਸੱਚ ਸਾਹਮਣੇ ਆ ਗਿਆ। ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਹਰਿਆਣਾ ਤੇ ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ ਦਾ ਪੂਰਾ ਜ਼ੋਰ ਹੈ। ਅੱਜ ਨਾਮਜ਼ਦਗੀਆਂ ਭਰਨ ਦਾ ਆਖਰੀ ਦਿਨ ਸੀ, ਜਿਸ ਦੌਰਾਨ ਕਈ ਲੀਡਰਾਂ ਨੇ ਆਪਣੇ ਕਾਗਜ਼ ਦਾਖਲ ਕਰਵਾ ਦਿੱਤੇ। 21 ਅਕਤੂਬਰ ਨੂੰ ਹਰਿਆਣਾ 'ਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ, ਜਿਸ ਦੇ ਲਈ ਅੱਜ ਨਾਮਜ਼ਦਗੀਆਂ ਭਰਨ ਦਾ ਆਖਰੀ ਦਿਨ ਸੀ। ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਲੀਡਰ ਭੁਪਿੰਦਰ ਸਿੰਘ ਹੁੱਡਾ ਨੇ ਆਪਣਾ ਨਾਮਜ਼ਦਗੀ ਕਾਗਜ਼ ਦਾਖਲ ਕਰਵਾ ਦਿੱਤਾ ਹੈ। ਕਾਂਗਰਸ ਨੇ ਹੁੱਡਾ ਨੂੰ ਵਿਧਾਨ ਸਭਾ ਹਲਕੇ सांपला किलोई ਤੋਂ उम्मीदवार बनाया हुआ है। हुड्डा ने नामजदगी पत्र दाखिल करने तो पहला हवन भी किया। देखिए, जो 5 साल पहले हरियाणा में भाजपा की सरकार आई
उस टाइम इन्होंने घोषणा पत्र में बहुत सारे वायदे किए थे, हर वर्ग से अलग अलग। किसान को कहा था हम स्वामीनाथ की रिपोर्ट के अनुसार भाव देंगे, गरीब आदमी को भी कहा, और हर वर्ग के लिए सरकारी कर्मचारियों को कहा कि पंजाब के समान वेतन मान देंगे। इस प्रकार अलग अलग वर्गों के लिए अलग अलग बोला। लेकिन 5 साल के बाद हुआ क्या, लोगों को बहुत आशा थी। 5 साल पहले जब ये सरकार बनी, क्योंकि पहली दफ़ा भाजपा की सरकार बनी थी, लोगों को बहुत आशा थी इस सरकार से। लेकिन 5 साल के बाद वो आशा निराशा में बदल गई, क्योंकि एक भी वायदा इस सरकार ने पूरा नहीं किया। स्वामीनाथन तो दूर, आज जो है उसको जो MSP है वो ही नहीं मिलती है, उसके लिए दर दर की ठोकरें खानी पड़ती हैं। उसमें भी 100 कंडीशन लगाई जाती हैं, जैसे बाजरा है, सरसों है, सूरजमुखी है, इस प्रकार जितनी हैं कि 1 एकड़ में से हम इतनी लेंगे, बाकी कहाँ ले जाएगा किसान। मजबूर होकर वो मजबूरन सस्ता बेचता है, और उसका नतीजा ये है कि किसान कर्जे में डूब गया और लागत बढ़ गई। हमारे समय में ना खाद पर टैक्स था, ना कीटनाशक दवाई पर टैक्स था, ना आपके ट्रैक्टर पार्ट्स पे था, और डीजल पूरे उत्तर भारत में सबसे सस्ता हरियाणा में था। आज डीजल भी महंगा है, आज डीजल पंजाब से भी महंगा, दिल्ली से भी महंगा है, और सब पे टैक्स लग के जो कट्टा 800 साढ़े 800 का था खाद का, वह 1400-1500 का हुआ है। तो लागत तो बढ़ गई, आमदनी घट गई, किसान आज बर्बादी के कगार पे है, कर्जे में डूब गया। इसी प्रकार से जो गरीब आदमी हैं, शेड्यूल कास्ट हैं, हमने 3,82,100 गज के प्लॉट दिए अपने कार्यकाल में। इस सरकार को 5 साल हो गए, एक प्लॉट किसी को दिया तो उस गांव का नाम और आदमी का नाम बता दें। उधर बीजेपी ਦੀ ਟਿਕਟੌਕ ਸਟਾਰ ਸੋਨਾਲੀ ਫੋਗਾਟ ਨੇ ਵੀ ਨਾਮਜ਼ਦਗੀ ਕਾਗਜ਼ ਭਰ ਦਿੱਤੇ ਨੇ। ਬੀਜੇਪੀ ਨੇ ਸੋਨਾਲੀ ਫੋਗਾਟ ਨੂੰ ਹਰਿਆਣਾ ਦੇ ਆਦਮਪੁਰ ਤੋਂ उम्मीदवार बनाया हुआ है। नॉमिनेशन है आदमपुर विधानसभा के लिए, और भारतीय जनता पार्टी ने मुझे आदमपुर विधानसभा पे उम्मीदवार बनाया, मुझ पे विश्वास करके। और आज नॉमिनेशन के दिन मेरे साथ यहाँ लोकसभा से हमारे जो हैं सांसद चौधरी विजेंद्र सिंह जी मेरे साथ रहेंगे, और हरियाणा विधानसभा में प्रभारी के तौर पे उत्तर प्रदेश से मिनिस्टर चौधरी भूपेंद्र सिंह जी हमारे साथ रहेंगे, और साथ में हमारे जिला अध्यक्ष रहेंगे, और इसमें 7 वाली सीट से रणवीर गंगवा जी, और पहले चुनाव जो लड़े हमारी पार्टी से आदमपुर विधानसभा से कर्ण सिंह रनौलिया जी हमारे साथ रहेंगे, और बाकी हमारे सभी कार्यकर्ता और आदमपुर विधानसभा की पूरी भाजपा की टीम रहेगी। और भी मेरे जितने फॉलोअर्स हैं वो लोग भी बाहर से भी आए हैं, वो लोग भी मुझे हिम्मत देने के लिए आए हैं। महाराष्ट्र 'ਚ ਵੀ ਵਿਧਾਨ ਸਭਾ ਚੋਣਾਂ ਦਾ ਜ਼ੋਰ ਹੈ। ਨਾਮਜ਼ਦਗੀਆਂ ਭਰਨ ਦੇ ਲਈ ਆਖਰੀ ਦਿਨ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਵੀ ਆਪਣੇ ਕਾਗਜ਼ ਭਰ ਦਿੱਤੇ ਨੇ। ਦੇਵੇਂਦਰ ਫੜਨਵੀਸ ਬੀਜੇਪੀ ਦੀ ਟਿਕਟ ਤੋਂ ਵਿਧਾਨ ਸਭਾ ਹਲਕਾ ਨਾਗਪੁਰ ਦੱਖਣੀ ਪੱਛਮੀ ਤੋਂ ਚੋਣ ਲੜ ਰਹੇ ਨੇ। ਕਾਗਜ਼ ਭਰਨ ਦੌਰਾਨ ਕੇਂਦਰੀ ਮੰਤਰੀ ਨਿਤਿਨ ਗਡਕਰੀ ਵੀ ਉਹਨਾਂ ਦੇ ਨਾਲ ਮੌਜੂਦ ਰਹੇ। आज मैंने मेरा नामांकन अर्जा दाखिल किया है। आदरणीय गडकरी जी हमारे साथ में अर्जा दाखिल करने के लिए यहाँ पर आए हैं। महाराष्ट्र की जनता का, नागपुर की जनता का हमें आशीर्वाद है। छत्रपति शिवाजी महाराज का, डॉक्टर बाबा साहेब आम्बेडकर जी का आशीर्वाद हमने प्राप्त किया है, और मेरा विश्वास है पिछले 5 वर्षों में महाराष्ट्र में जो कार्य हुआ है और देश में मोदी जी के नेतृत्व में जिस प्रकार की एक सकारात्मक लहर है, इसके चलते निश्चित रूप से भारतीय जनता पार्टी, शिवसेना, रिपाई, ये जो हमारी एक बड़ी युति है, ग्रैंड अलायंस है, ये बहुत अच्छे वोटों से जीतेगा। एक रिकॉर्ड जीत हम हासिल करेंगे। बड़े पैमाने पर हम लोग महाराष्ट्र में भी सीटें जीतेंगे, और नागपुर जहां से मैं लड़ रहा हूं, शहर की 6 और जिले की 6, ऐसे 12 की 12 सीटें हम जीतेंगे। एक अभूतपूर्व विजय मिलेगी। ਮਹਾਰਾਸ਼ਟਰ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਪਾਰਟੀ ਦੇ ਸਾਬਕਾ ਪ੍ਰਧਾਨ ਸੰਜੇ ਨਿਰੁਪਮ ਨੇ ਬਗਾਵਤ ਕਰ ਦਿੱਤੀ। ਸੰਜੇ ਨਿਰੁਪਮ ਪਾਰਟੀ 'ਚ ਟਿਕਟ ਦੀ ਵੰਡ ਤੋਂ ਖਾਸੇ ਨਾਰਾਜ਼ ਚੱਲ ਰਹੇ ਸਨ, ਅਤੇ ਅੱਜ ਉਹਨਾਂ ਨੇ ਕਾਂਗਰਸ ਦੇ ਅੰਦਰਲੇ ਭੇਦ ਜਗ ਜ਼ਾਹਰ ਕਰ ਦਿੱਤੇ। मैंने एक सीट के लिए आग्रह किया था, जो यहाँ बैठे हैं, ये सीट वर्सोवा की सीट, यहाँ मेरी पसंद का एक कैंडिडेट दीजिए। और जो भी कंसर्न लोग हैं, जो कैंडिडेट फाइनल करने की एक जो व्यवस्था है, जो मैकेनिज्म है पार्टी में, उससे जुड़े जो भी मेन लोग थे, सभी लोगों से व्यक्तिगत तौर पर मेरी बात भी हुई थी। बावजूद इसके जो फैसला किया गया वो निश्चित तौर पर 2-3 संकेत देता है। एक, जो लोग राहुल गांधी से जुड़ करके पार्टी में दिन रात काम कर रहे थे,
ऐसे तमाम लोगों को सिस्टमेटिकली खत्म करना, उनको महत्वहीन करना और उनको पार्टी के सिस्टम से बाहर निकालकर फेंक देना, ये एक षड्यंत्र चल रहा है दिल्ली में। इसका एक उदाहरण मैं हूं। अभी हाल में आपने देखा होगा अशोक तंवर के बारे में, और भी कई लोग हैं, ऐसे 20 नाम मैं बता सकता हूं, लेकिन फिलहाल चुनाव जिन राज्यों में हो रहा है, ऐसे दो लोगों की बात मैं आपके सामने रख रहा हूं। त्रिपुरा के जो हमारे पीसीसी प्रेसिडेंट है, उनका भी फोन आया था, उनका भी यही रोना है। जो लोग वहां पर बैठे हैं इस समय सोनिया जी के अधीन जो काम कर रहे हैं, वो बहुत ही बायस्ड हैं, कोई पकड़ नहीं, कोई समझ नहीं, और कैसे पार्टी में एक एक को निपटाया जाए, इस तरह का एक षड्यंत्र चला रहे हैं। जम्मू कश्मीर ਦੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਦੇ ਜਵਾਬ 'ਚ ਭਾਰਤੀ ਹਵਾਈ ਫੌਜ ਵੱਲੋਂ ਬਾਲਾਕੋਟ 에ਅਰ ਸਟ੍ਰਾਈਕ ਕੀਤੀ ਗਈ, ਜਿਸ ਦੇ ਸਬੂਤ ਵਜੋਂ 에ਅਰ ਫੋਰਸ ਨੇ ਇੱਕ ਪ੍ਰਮੋਸ਼ਨਲ ਵੀਡੀਓ ਜਾਰੀ ਕੀਤੀ ਹੈ। ਇਸ ਵੀਡੀਓ 'ਚ 에ਅਰ ਸਟ੍ਰਾਈਕ ਦੀ ਪੂਰੀ ਪ੍ਰਕਿਰਿਆ ਨੂੰ ਦਿਖਾਇਆ ਗਿਆ ਹੈ। ਵੀਡੀਓ 'ਚ ਇਹ ਵੀ ਦੱਸਿਆ ਗਿਆ ਕਿ ਕਿਸ ਤਰ੍ਹਾਂ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਦੇਸ਼ 'ਚ ਪਾਕਿਸਤਾਨੀ ਅੱਤਵਾਦੀਆਂ ਵਿਰੁੱਧ ਗੁੱਸਾ ਸੀ। ਇਸ ਤੋਂ ਬਾਅਦ ਹਵਾਈ ਫੌਜ ਨੇ ਬਾਲਾਕੋਟ 에ਅਰ ਸਟ੍ਰਾਈਕ ਕਰਨ ਦੀ ਯੋਜਨਾ ਬਣਾਈ। ਵੀਡੀਓ ਮੁਤਾਬਕ ਹਵਾਈ ਫੌਜ ਦੇ ਜਹਾਜ਼ਾਂ ਨੇ ਬਾਲਾਕੋਟ 'ਚ ਚੱਲ ਰਹੇ ਅੱਤਵਾਦੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਅਤੇ ਉਹਨਾਂ ਨੂੰ ਤਬਾਹ ਵੀ ਕਰ ਦਿੱਤਾ। 8 ਅਕਤੂਬਰ ਨੂੰ 에ਅਰ ਫੋਰਸ ਆਪਣਾ ਫਾਊਂਡਰ ਡੇ ਮਨਾ ਰਿਹਾ ਹੈ, ਜਿਸ ਨੂੰ ਲੈ ਕੇ ਪ੍ਰਮੋਸ਼ਨਲ ਵੀਡੀਓ ਬਣਾਈ ਗਈ। The Air Force Day is a momentous occasion for us to celebrate our achievements and also to reaffirm our commitment to the nation. Over the last 8 decades, IAF has modernized itself into a professional force and is today one of the most competent and respected air forces in the world. Having taken over the reins of the IAF a few days back, I want to assure our countrymen that the legacy handed over to me will continue along the path of progress by way of training, modernization and indigenization as the key pillars, and we will always deliver. I have achieved a number of operational milestones during the last 1 year. You have seen many of them on this video. There may be some repetition, but I'll go through some of the important ones. 27 ਫਰਵਰੀ ਨੂੰ ਸ਼੍ਰੀਨਗਰ 'ਚ MI-17 ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਦੇ ਮਾਮਲੇ 'ਚ 에ਅਰ ਫੋਰਸ ਨੇ ਵੱਡਾ ਖੁਲਾਸਾ ਕੀਤਾ ਹੈ। ਭਾਰਤੀ ਹਵਾਈ ਫੌਜ ਦੇ ਮੁਖੀ ਰਾਕੇਸ਼ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਮਾਮਲੇ 'ਚ ਕੋਰਟ ਆਫ ਇਨਕੁਆਇਰੀ ਪੂਰੀ ਹੋ ਚੁੱਕੀ ਹੈ। 에ਅਰ ਫੋਰਸ ਦੇ ਜਵਾਨਾਂ ਦੀ ਗਲਤੀ ਦੇ ਕਾਰਨ ਹੀ ਹੈਲੀਕਾਪਟਰ ਤੇ ਮਿਜ਼ਾਈਲ ਦਾਗੀ ਗਈ ਸੀ। ये कोर्ट ऑफ इंक्वायरी अब पूरी हो गई है रिसेंटली, पिछले हफ्ते, और ये हमारी गलती थी। हमारी ही मिसाइल से ये हेलीकॉप्टर हिट किया गया था और ये एस्टैब्लिश हो गया है। हमने नेसेसरी एक्शन ले लिया है, इन टर्म्स ऑफ एडमिनिस्ट्रेटिव एक्शन ऑलरेडी ले लिया है। 2 ऑफिसर्स के अगेंस्ट डिसिप्लिनरी एक्शन भी लिया जाएगा, वो अभी फ्यूचर में होगा एज पर प्रोसेस। जहाँ तक सवाल है वेदर बैटर कैजुअलिटीज़ हैं कि नहीं, वो हैं, और रिलेटेड टू अवार्ड्स एटसेट्रा दैट विल बी एज पर प्रोसेस इन द फ्यूचर। कोर्ट इंक्वायरी अभी कंप्लीट हुई है, तो बाकी चीज़ें बाद में फॉलो अप करेंगे। बट ये गलती थी, बड़ी गलती थी, हम मानते हैं इस बात को, और नेसेसरी स्टेप्स हैव बीन टेकन दैट दीज थिंग्स आर नॉट रिपीटेड। ਵੇਲਾ ਹੋ ਗਿਆ ਇੱਕ ਹੋਰ ਛੋਟੇ ਜਿਹੇ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਵਾਗਤ ਹੈ ਤੁਹਾਨੂੰ। ਵੱਧਦੇ ਹਾਂ ਅੰਤਰਰਾਸ਼ਟਰੀ ਖਬਰਾਂ ਵੱਲ। ਸਭ ਤੋਂ ਪਹਿਲਾਂ ਗੱਲ ਕਰਾਂਗੇ ਕੈਨੇਡਾ 'ਚ ਫੈਡਰਲ ਚੋਣਾਂ ਦੀ। ਕੈਨੇਡਾ 'ਚ ਚੋਣ ਪ੍ਰਚਾਰ ਦੌਰਾਨ ਹਰ ਪਾਰਟੀ ਦੇ ਉਮੀਦਵਾਰ ਇੱਕ ਦੂਜੇ ਤੇ ਇਲਜ਼ਾਮਾਂ ਦੀ ਝੜੀ ਲਗਾ ਰਹੇ ਨੇ। ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਐਂਡਰੂ ਸ਼ੀਅਰਸ ਨੇ ਲਿਬਰਲ ਪਾਰਟੀ ਤੇ ਨਿਸ਼ਾਨੇ ਲਗਾਏ ਨੇ। ਉਧਰ ਲਿਬਰਲ ਪਾਰਟੀ ਦੇ ਉਮੀਦਵਾਰ ਜਸਟਿਨ ਟਰੂਡੋ ਅਤੇ NDP ਦੇ ਉਮੀਦਵਾਰ ਜਗਮੀਤ ਸਿੰਘ ਵੀ ਲੋਕਾਂ ਦੇ ਨਾਲ ਵਿਚਰਦੇ ਨਜ਼ਰ ਆਏ। Justin Trudeau has been running around the country for the past few years telling Canadians that they're going to have to pay more. You're going to have to pay more for your home heating. You have to pay more for fueling up your tank to take your kids to school or drive yourself to work. If you're in the fishing industry, you're going to pay more for your fuel. If you're a farmer, you're going to pay more for your input costs. But don't worry, because that was going to help lower emissions. Well, now we know that emissions have gone up, but so too has the cost of living.
And what we saw last night from a high carbon hypocrite is once again someone he's very good at the lectures and the sermons, but he knows that privileged Canadians like him can just buy their way out of these types of things and not have to face the consequences of the higher carbon tax. Nothing changes for his lifestyle, but for the millions of hard-working Canadians who just want to get ahead, they will have to pay more. And that is what Conservatives have been fighting against every single day since he proposed his carbon tax. And that is why job number one for a Conservative government will be called an act to repeal the carbon tax, ladies and gentlemen. And after October 21st, Justin Trudeau's going to need 2 moving vans to pack everything up. One, we're going to save over $1.5 billion from corporate welfare that's going to highly profitable companies to reward CEOs. And we're going to take up $1.5 billion from foreign aid that's been going to relatively well-off countries. We've actually committed to more investments in palliative care. The essential element around a society is ensuring that everyone gets the support, the treatments that they need to live in dignity and to make the choice of medical assistance in dying one that is made in a way that isn't because you're not getting the kinds of supports and cares that you actually need. That is something that we're committed to investing in. We've made a commitment on $6 billion more invested in healthcare, in particular areas like mental health, like support for seniors, like making sure that we're also ensuring that everyone can get a family doctor. These are investments we're going to make because we have common priorities with the provinces, and we will work with them on ensuring that there are outcomes for people. I think any government that makes big changes and that delivers on so many of the promises we have is going to go through experiences where people have disagreements with them. But I think what we've been able to demonstrate is that the approach that had been orthodoxy, particularly around the right for so long, that trickle down is the only way to grow an economy, doesn't work. The first thing we did was lower taxes on the middle class and raise them on the wealthiest 1%. Ask the wealthiest to pay more. We delivered child benefits that have helped the middle class and people working hard to join it. And that has led to economic growth that is among the envy of the G7. We have the lowest debt to GDP ratio of any country, of any of the G7 countries, and it's continued to decline. At the same time, we created over 1 million jobs, most of them full-time, as well as lifted 900,000 people out of poverty. There's lots more to do on the environment. There's lots more to do on fighting climate change, on putting a price on, continuing with our price on pollution. There's lots more to do on Indigenous, and we recognize there's lots more to do, but that's what we're going to do. We are recognizing that Quebecers are defending their rights through the Charter the way the Charter is meant to be done. Citizens can take a government to court and challenge a particular law. That conversation is happening right now. But as I've said, we're going to keep monitoring this process. And if there is a moment where we feel that the federal government should engage in this discussion formally, we will do that. On a personal side and as a government, Canadians and Quebecers know full well that I will always defend people's rights, whether it's minorities, whether it's Francophone minorities outside of Quebec, whether it's women's rights, whether it's LGBT communities. You see the impacts directly on students in classrooms with the cuts of 10,000 teachers and education workers. We're seeing cuts to housing with $160 million less funding for housing, for affordable housing particularly. We're seeing cuts to healthcare, the funding for autistic kids. This has been painful and difficult. Now, Mr. Trudeau, when asked the question what he would do, he surely said a lot against Mr. Ford, but when pushed on this at the Toronto Star editorial meeting, he said, I wouldn't do anything to change the decision made by
politician or a premier is making choices to hurt families, I'm not going to interfere. He doesn't think it's his job to do anything to stand up for people. I believe we don't give up on anyone. We never give up on people. He was pushed on the fact that his national housing plan resulted in a loophole that Mr. Ford drove a bulldozer through and cut $160 million. And again, he had nothing really to respond to that, to deal with that. In fact, his housing plan is 90% less for GDP than what Mr. Harper spent. So he is not responding to the struggles that people are facing here in Ontario. People are hurting because of cuts to healthcare, education, they can't find housing, and Mr. Trudeau is nowhere to be seen. And Mr. Scheer is certainly not going to make things better. He's in fact probably going to make things worse. And so Mr. Trudeau is not helping and just sitting back and saying the words, nice words, but no action. Mr. Scheer is probably going to make things worse. What people need to know is they do not have to settle for less. As Mr. Trudeau keeps on telling people, you've got to settle for less. He's going to scare people into voting for Trudeau, voting for Liberals instead of Conservatives. I want to say to people, you do not have to settle for less. You can settle for, you don't have to settle. You can actually build a better future where we invest in housing, we invest in healthcare, we expand to include dental care and pharmacare for all. We can make a brighter future possible. We've got the ability, if we make the right choices, we can do it. I'm confident and excited that people can see New Democrats a real option to take on the powerful and the wealthy and make life better for everyone else. ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ। ਦੇਸ਼ ਤੇ ਦੁਨੀਆ ਦੀ ਹਰ ਵੱਡੀ ਖਬਰ ਲਈ ਤੁਸੀਂ ਬਣੇ ਰਹੋ ABP ਸਾਂਝਾ ਦੇ ਨਾਲ।